Hello everyone. So today we will discuss about maxims of language teaching. ਤਾਂ ਕਿਹੜੇ-ਕਿਹੜੇ ਸੂਤਰ ਨੇ ਬਈ ਲੈਂਗੁਏਜ ਨੂੰ ਪੜਾਉਣ ਦੇ, ਤਾਂ ਅੱਜ ਆਪਾਂ ਇਹਨਾਂ ਬਾਰੇ ਡਿਸਕਸ ਕਰਦੇ ਹਾਂ ਇਸ ਸ਼ਾਰਟ ਵੀਡੀਓ ਦੇ ਵਿੱਚ। ਉਸ ਤੋਂ ਪਹਿਲਾਂ ਗਾਇਸ ਇੱਕ ਰਿਕੁਐਸਟ ਕਿ ਫਟਾਫਟ ਸ਼ੇਅਰਿੰਗ ਕਰ ਦਿਆ ਕਰੋ। ਜਿੰਨੀ ਜ਼ਿਆਦਾ ਤੁਸੀਂ ਸ਼ੇਅਰਿੰਗ ਕਰਦੇ ਹੋ, ਜਿੰਨੀ ਤੁਹਾਡੀ ਸ਼ੇਅਰਿੰਗ ਦੀ ਹੁੰਦੀ ਹੈ ਉਨੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ, ਠੀਕ ਹੈ ਜੀ, ਕਿਉਂਕਿ ਮੋਟੀਵੇਸ਼ਨ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ, ਠੀਕ ਹੈ ਜੀ। ਐਂਡ ਦੂਸਰੀ ਗੱਲ ਹੈ ਬਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ, ਠੀਕ ਹੈ, ਤਾਂ ਕਿ ਇਦਾਂ ਦੀਆਂ ਸ਼ਾਰਟ ਵੀਡੀਓਜ਼ ਦੇਖਣ ਦੇ ਲਈ ਔਰ ਕੋਈ ਵੀ ਨੋਟੀਫਿਕੇਸ਼ਨ ਹੈ ਤੁਹਾਡੇ ਲਈ ਜੋ ਹੈ ਉਹ ਤੁਹਾਨੂੰ ਮਿਲ ਸਕੇ। ਚਲੋ ਤਾਂ ਸਟਾਰਟ ਕਰਦੇ ਹਾਂ ਆਪਾਂ ਅੱਜ ਦੇ ਟੌਪਿਕ ਨੂੰ, ਮੈਕਸਿਮਸ ਆਫ ਲੈਂਗੁਏਜ ਟੀਚਿੰਗ। ਤਾਂ ਕਿਹੜੇ ਸੂਤਰ ਨੇ ਬਈ? ਤਾਂ ਸਭ ਤੋਂ ਪਹਿਲਾਂ ਬਈ ਨੋਨ ਟੂ ਅਨਨੋਨ ਦੇ ਵੱਲ। ਇਹਦਾ ਮਤਲਬ ਕੀ ਹੈ ਬਈ? ਜਿਹੜੀ ਚੀਜ਼ ਪਹਿਲਾਂ ਆਲਰੇਡੀ ਬੱਚੇ ਨੂੰ ਪਤਾ ਹੈ ਉਹਨੂੰ ਲੈ ਕੇ ਆਪਾਂ ਉਹ ਚੀਜ਼ ਸਿਖਾਣੀ ਹੈ ਜਿਹੜੀ ਉਹਨੂੰ ਨਹੀਂ ਪਤਾ, ਠੀਕ ਹੈ ਨਾ, ਜਿਹੜੇ ਉਹਨੂੰ ਨਹੀਂ ਨੌਲੇਜ। ਇਟ ਇਜ਼ ਬੇਸਡ ਔਨ ਫੈਕਟ ਦੈਟ ਲਰਨਰਸ ਨੋ ਸਮਥਿੰਗ। ਬੱਚਾ ਤੁਹਾਡੇ ਕੋਲ ਸਕੂਲ ਆਇਆ 2 ਜਾਂ 2.5 ਸਾਲ ਦਾ ਤਾਂ ਹੋਊਗਾ ਹੀ, ਹਨਾ। ਜੇ ਤੁਹਾਡੇ ਕੋਲ ਸਕੂਲ ਆਇਆ ਤਾਂ ਉਹਨੂੰ ਕੁਝ ਤਾਂ ਪਤਾ ਹੀ ਹੋਊਗਾ। ਜਿਹੜੀਆਂ ਚੀਜ਼ਾਂ ਉਹਨੂੰ ਪਤਾ ਹੈ ਉਹਦੇ ਤੋਂ ਤੁਸੀਂ ਲੈ ਕੇ ਚੱਲਣਾ, ਉਹ ਸਿਖਾਣੀ ਹੈ ਜਿਹੜੀ ਚੀਜ਼ ਉਹਨੂੰ ਨਹੀਂ ਪਤਾ। It is considered that old knowledge lays the foundation of new knowledge. ਇੱਥੇ new knowledge ਆਏਗੀ। ਕਹਿੰਦੇ ਇਹੀ ਮੰਨਿਆ ਜਾਂਦਾ ਹੈ, ਕੀ ਮੰਨਿਆ ਜਾਂਦਾ ਹੈ ਬਈ? ਪੁਰਾਣੀ ਨੌਲੇਜ ਨਾਲ ਹੀ ਨਵੀਂ ਨੌਲੇਜ ਆਪਾਂ ਸਿੱਖਦੇ ਹਾਂ। Previous knowledge of learners can be used to increase and widen the outlook of the learner. ਜਿਵੇਂ ਕਿ ਬੱਚੇ ਨੂੰ ਤੁਸੀਂ pronoun ਪੜਾਣਾ ਹੈ, pronoun ਤੁਸੀਂ ਉਦੋਂ ਹੀ ਪੜਾ ਸਕਦੇ ਹੋ ਜਦੋਂ ਬੱਚੇ ਨੂੰ noun ਦੇ ਬਾਰੇ ਪਤਾ ਹੈ। Obviously ਗੱਲ ਹੈ, ਜੇਕਰ ਬੱਚੇ ਨੂੰ noun ਦੇ ਬਾਰੇ ਪਤਾ ਹੈ ਤਾਂ ਤੁਸੀਂ pronoun ਦੇ ਬਾਰੇ ਪੜਾ ਸਕਦੇ ਹੋ। Next ਹੈ ਜੀ simple to complex। ਤਾਂ ਕੀ ਮਤਲਬ ਹੈ ਵੀ? ਪਹਿਲਾਂ ਸਿੰਪਲ ਚੀਜ਼ਾਂ ਨੂੰ ਪੜਾਉਣਾ ਚਾਹੀਦਾ ਆਪਾਂ ਨੂੰ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਜਲਦੀ ਈਜ਼ੀਲੀ ਸਮਝ ਆ ਜਾਣ, ਹਨਾ। ਫਸਟ ਸਿੰਪਲ ਥਿੰਗ ਸ਼ੁੱਡ ਬੀ ਟੌਟ, ਦੈਨ ਕੰਪਲੈਕਸ। ਕੰਪਲੈਕਸ ਹੁੰਦੀਆਂ ਔਖੀਆਂ। ਪਹਿਲਾਂ ਸੌਖੀਆਂ ਚੀਜ਼ਾਂ ਨੂੰ ਪੜਾਓ, ਠੀਕ ਹੈ, ਫਿਰ ਔਖੀਆਂ ਚੀਜ਼ਾਂ ਵੱਲ ਉਹਨਾਂ ਨੂੰ ਲੈ ਕੇ ਜਾਣਾ। ਨੈਕਸਟ ਹੈ ਜੀ ਕੰਕਰੀਟ ਟੂ ਐਬਸਟ੍ਰੈਕਟ। ਪਹਿਲਾਂ ਰੀਅਲ ਆਬਜੈਕਟਸ ਦਿਖਾਓ, ਦੈਨ ਇਮੇਜਿਨੇਸ਼ਨ ਵੱਲ। ਪਹਿਲਾਂ ਰੀਅਲ ਚੀਜ਼ਾਂ ਦਿਖਾਣੀਆਂ ਆਪਾਂ ਨੂੰ। those things which can be felt with our 5 senses are known as concrete, मतलब real objects कह सकते हो, है ना। whereas the things which can be imagined are known as abstract things। ਬਈ ਪਹਿਲਾਂ ਉਹ ਚੀਜ਼ਾਂ ਬਾਰੇ ਦਿਖਾਣਾ ਹੈ ਜਿਹੜੀਆਂ ਚੀਜ਼ਾਂ ਰੀਅਲ ਆਬਜੈਕਟਸ ਤੁਸੀਂ ਦਿਖਾ ਸਕਦੇ ਹੋ, ਫਿਰ ਤੁਸੀਂ ਉਹਨਾਂ ਚੀਜ਼ਾਂ ਬਾਰੇ ਵੱਲ ਲੈ ਕੇ ਜਾਣਾ ਹੈ ਜਿਹੜੀ ਬੱਚੇ ਦੀ ਇਮੇਜਿਨੇਸ਼ਨ ਨੂੰ ਡਿਵੈਲਪ ਕਰਨਾ ਹੈ। ਕਲੀਅਰ ਬਈ? ਕੰਕਰੀਟ ਟੂ ਐਬਸਟ੍ਰੈਕਟ ਦੇ ਬਾਅਦ next this is information for you all guys। ਤੁਸੀਂ Google Play Store ਤੋਂ ਜਾ ਕੇ TEDBuzzer ਐਪ ਨੂੰ ਡਾਊਨਲੋਡ ਕਰ ਸਕਦੇ ਹੋ, for our paid courses ਦੇ ਬਾਰੇ ਦੇਖ ਸਕਦੇ ਹੋ। if you have any query guys you may call on this number, ਤੁਸੀਂ ਇਸ ਨੰਬਰ ਤੇ ਕਾਲ ਜਾਂ ਮੈਸੇਜ ਕਰ ਸਕਦੇ ਹੋ। next ਆਪਣਾ ਜੋ ਪੁਆਇੰਟ ਹੈ analysis to synthesis। it means simply analysis to synthesis ਦਾ ਮਤਲਬ ਕੀ ਹੈ? detailed to summary। ਪਹਿਲਾਂ ਪੂਰਾ whole to part ਕਹਿ ਸਕਦੇ ਹੋ ਇਹਨੂੰ। ਸੌਰੀ, ਪਾਰਟ ਟੂ ਹੋਲ। ਪਹਿਲਾਂ ਪਾਰਟਸ ਵਿੱਚ ਡਿਵਾਈਡ ਕਰਕੇ ਤੁਸੀਂ ਇਹਨਾਂ ਨੂੰ ਪੜਾਉਣਾ ਹੈ, ਫਿਰ ਪੂਰੀ ਸਮਰੀ ਬਾਰੇ ਐਕਸਪਲੇਨ ਕਰਨਾ ਹੈ। ਮਤਲਬ ਪਹਿਲਾਂ ਜਿਵੇਂ ਚੈਪਟਰ ਰੀਡ ਕਰਵਾਉਂਦੇ ਆ, ਪਹਿਲਾਂ ਬੇਸਿਕਲੀ ਆਪਾਂ ਚੈਪਟਰ ਰੀਡ ਕਰਵਾਉਣਾ ਹੈ, ਦੈਨ ਆਪਾਂ ਕੀ ਕਰਨਾ ਹੈ, ਪੂਰੇ ਚੈਪਟਰ ਦੇ ਵਿੱਚ ਕੀ ਹੈ ਉਸ ਚੀਜ਼ ਨੂੰ ਐਕਸਪਲੇਨ ਕਰਨਾ ਹੈ। ਅ ਕੰਪਲੈਕਸ ਪ੍ਰੋਬਲਮ ਵੈਨ ਡਿਵਾਈਡਡ ਇਨਟੂ ਡਿਫਰੈਂਟ ਪਾਰਟਸ। ਜਦੋਂ ਕੋਈ ਵੀ ਔਖੀਆਂ ਚੀਜ਼ਾਂ ਨੂੰ ਆਪਾਂ ਪਾਰਟਸ ਵਿੱਚ ਡਿਵਾਈਡ ਕਰ ਦਿੰਦੇ ਆ ਤਾਂ ਈਜ਼ੀਲੀ ਲਰਨ ਹੋ ਜਾਂਦੀ ਹੈ। ਫੋਰ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ, ਮੰਨ ਲਓ ਕੋਈ ਐਸੇ ਹੈ 3 ਪੇਜਾਂ ਦਾ, ਹਨਾ, ਤੇ ਬੱਚੇ ਨੂੰ 3 ਪੇਜ ਦੇਖ ਕੇ ਡਰ ਜਾਂਦਾ ਹੈ, ਫਿਰ ਆਪਾਂ ਕੀ ਕਹਿੰਦੇ, ਨਹੀਂ 3 ਪੇजेस ਨਹੀਂ ਕਰਨੇ, ਸਿਰਫ ਇੱਕ ਕਰਕੇ ਦਿਖਾਓ। ਪਹਿਲਾਂ ਬੱਚਾ ਇੱਕ ਕਰਕੇ ਦਿਖਾਏਗਾ, ਬੜੀ ਜਲਦੀ ਕਰ ਲੇਗਾ ਕਿਉਂਕਿ ਉਹਨੂੰ ਪਤਾ ਬਸ ਇੰਨਾ ਹੀ ਕਰਨਾ ਹੈ। ਫਿਰ ਅਗਲੇ ਦਿਨ ਤੁਸੀਂ ਦੂਜਾ ਪੇਜ ਕਰਵਾ ਦਿਓ, ਫਿਰ ਅਗਲੇ ਦਿਨ ਤੀਜਾ, ਫਿਰ ਉਹਨੂੰ ਤੁਸੀਂ ਕਹੋ ਵੀ ਮੈਨੂੰ ਹੁਣ ਪੂਰਾ ਲਿਖ ਕੇ ਦਿਖਾ, ਠੀਕ ਹੈ। ਇਹਨੂੰ ਕਹਿੰਦੇ ਆ ਪਾਰਟ ਟੂ ਹੋਲ। ਨੈਕਸਟ ਹੈ ਜੀ ਇੰਡਕਸ਼ਨ ਟੂ ਡਿਡਕਸ਼ਨ। ਇੰਡਕਸ਼ਨ ਕੀ ਹੁੰਦਾ ਬਈ? ਪਹਿਲਾਂ ਐਗਜ਼ਾਮਪਲ ਟੂ ਰੂਲ ਦੇ ਵੱਲ, ਫਿਰ ਰੂਲ ਟੂ एग्जाम्पल ਦੇ ਵੱਲ ਲੈ ਕੇ ਜਾਣਾ ਹੈ, ਠੀਕ ਹੈ ਜੀ। few examples are given and then conclusion is drawn। in deduction ਕੀ ਹੋਏਗਾ? ਪਹਿਲਾਂ ਰੂਲ ਦੱਸਣਾ ਹੈ, then examples are given। next ਹੈ ਜੀ near to far। ਮਤਲਬ near to afar, ਮਤਲਬ ਪਹਿਲਾਂ ਨੇੜੇ ਦੀਆਂ ਚੀਜ਼ਾਂ ਬਾਰੇ ਐਕਸਪਲੇਨ ਕਰੋ ਜੋ ਤੁਹਾਡੇ ਆਲੇ ਦੁਆਲੇ ਆਲਰੇਡੀ ਹੈ। a learner is acquainted with his or her immediate environment, thus example from his or her environment should be given first।
ਆਪਦੇ ਇਨवायरमेंट ਤੋਂ ਸਭ ਤੋਂ ਪਹਿਲਾਂ ਐਗਜ਼ਾਮਪਲਸ ਦਿਓ, ਦੈਨ ਐਗਜ਼ਾਮਪਲ ਫਰੋਮ ਦਾ ਅਦਰ ਇਨवायरमेंट ਜਾਂ ਅਦਰ ਜਗ੍ਹਾ ਤੋਂ ਫਿਰ ਤੁਸੀਂ ਕੋਈ ਵੀ ਚੀਜ਼ ਨੂੰ ਦੱਸ ਸਕਦੇ ਹੋ। ਬਈ ਪਹਿਲਾਂ ਨੇੜੇ ਦੀਆਂ ਚੀਜ਼ਾਂ ਬਾਰੇ ਐਕਸਪਲੇਨ ਕਰੋ, ਦੈਨ ਦੂਰ। ਠੀਕ ਹੈ, ਦਿਸ ਹੈਲਪਸ ਇਨ ਸਟੈਪ ਬਾय ਸਟੈਪ ਲਰਨਿੰਗ। ਇਹ ਆਪਣੀ ਕਿਹਦੇ ਵਿੱਚ ਹੈਲਪ ਕਰੇਗੀ ਬਈ, ਸਟੈਪ ਬਾय ਸਟੈਪ ਲਰਨਿੰਗ ਦੇ ਵਿੱਚ। ਹੁਣ ਆਪਣਾ ਆ ਗਿਆ ਬਈ ਹੋਲ ਟੂ ਪਾਰਟ। ਪਹਿਲਾਂ ਪੂਰੇ ਲੈਸਨ ਦੇ ਬਾਰੇ ਇੰਟਰੋਡਕਸ਼ਨ ਦੇ ਦਿਓ। ठीक है जी, पूरे लेसन बारे जो इंट्रोडक्शन दे दोगे उस तो बाद तुसी चैप्टर नु रीड करवाओ, मतलब स्टेप बाय स्टेप। ये हो गया होल टू पार्ट। द लर्नर शुड बी टॉट द होल लेसन फर्स्ट, then its part should be analyzed and studied intensively. Next is psychological to logical. While teaching, the interest, aptitude, capacities and the learner's difficulty level should be kept in mind. ਤਾਂ ਤੁਹਾਨੂੰ ਬੱਚਿਆਂ ਦੀ ਸਾਈਕੋਲੋਜੀ, ਮਨੋਵਿਗਿਆਨਿਕ ਢੰਗ ਦਾ ਪਤਾ ਹੋਣਾ ਚਾਹੀਦਾ ਹੈ। ਬੱਚੇ ਦੀ ਕੀ ਨੀਡ ਹੈ, ਕੀ ਇੰਟਰਸਟ ਹੈ, ਕੀ ਕੈਪੇਬਿਲਿਟੀ ਹੈ। ਠੀਕ ਹੈ, ਫਿਰ ਤੁਸੀਂ ਉਹਨੂੰ ਲੌਜੀਕਲ ਦੇ ਬਾਰੇ ਗੱਲਾਂ ਕਰਨੀਆਂ ਨੇ। ਠੀਕ ਹੈ ਜੀ, ਇੰਡੀਵਿਜੂਅਲ ਡਿਫਰੈਂਸਸ ਆਫ ਲਰਨਰ ਸ਼ੁੱਡ ਬੀ ਕੈਪਟ ਇਨ ਮਾਈਂਡ। ਬੱਚਿਆਂ ਦੇ ਇੰਡੀਵਿਜੂਅਲ ਡਿਫਰੈਂਸਸ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ, ਦੈਨ ਤੁਸੀਂ ਲੌਜੀਕਲ ਉਹਨਾਂ ਨੂੰ ਪੜ੍ਹਾਉਣਾ ਹੈ। ਨੈਕਸਟ ਦੇਖੋ ਜੀ, ਦਿਸ ਇਜ਼ ਇਨਫੋਰਮੇਸ਼ਨ ਫॉर ਯੂ ਆਲ ਗਾਇਸ। ਤੁਸੀਂ हर एक नवी अपडेट ਨੂੰ ਜੁਆਇਨ ਲੈਣ ਦੇ ਲਈ ਤੁਸੀਂ ਜੁਆਇਨ ਕਰ ਸਕਦੇ ਹੋ ਸਾਡਾ ਟੈਲੀਗ੍ਰਾਮ ਚੈਨਲ। ਜੁਆਇਨ ਅਸ ਔਨ ਟੈਲੀਗ੍ਰਾਮ @TechBuzzer। ਤਾਂ ਇਹਦੇ ਵਿੱਚ ਤੁਹਾਨੂੰ ਹਰ ਪ੍ਰਕਾਰ ਦੀ ਨੋਟੀਫਿਕੇਸ਼ਨ ਵੀ ਮਿਲੇਗੀ ਐਂਡ ਕੁਇਜ਼ ਆਲਸੋ देयर। ਠੀਕ ਹੈ ਜੀ। ਨੈਕਸਟ ਹੈ ਜੀ ਪਾਰਟਿਕੂਲਰ ਟੂ ਜਨਰਲ। ਤਾਂ ਸਭ ਤੋਂ ਪਹਿਲਾਂ ਪਾਰਟਿਕੂਲਰ ਚੀਜ਼ਾਂ ਬਾਰੇ ਪੜ੍ਹਾਉਣੀਆਂ ਚਾਹੀਦੀਆਂ। ਫਸਟ, ਪਾਰਟਿਕੂਲਰ ਸਟੇਟਮੈਂਟ ਸ਼ੁੱਡ ਬੀ ਗਿਵਨ ਐਂਡ ਦੈਨ ਜਨਰਲ ਰੂਲਸ ਸ਼ੁੱਡ ਬੀ ਫਾਰਮਡ। ਕਲੀਅਰ। एम्पैरिकल टू रैशनल। एम्पैरिकल नॉलेज इज बेस्ड ऑन ऑब्जर्वेशन। पहला बच्चे ਨੂੰ ऑब्जर्व करके सिखाना है। ठीक है जी, ਜਦੋਂ ਬੱਚਾ ਸਾਰੀਆਂ ਚੀਜ਼ਾਂ ਨੂੰ ऑब्जर्व करना सीख जाएगा, ऑब्जर्व करेगा ਤਾਂ ਹੀ ਉਹਦੇ ਤੇ ਆਰਗੂਮੈਂਟਸ ਕਰ ਪਾਏਗਾ। ठीक है जी, ਬੱਚਾ ਉਦੋਂ ਹੀ ਆਰਗੂਮੈਂਟਸ ਕਰ ਪਾਏਗਾ ਜਦੋਂ ਉਸ ਚੀਜ਼ ਬਾਰੇ ਉਹਨੂੰ ਨੌਲੇਜ ਹੋਏਗੀ। एम्पैरिकल knowledge is based on the observation and experience, whereas the rational knowledge implies to argument and explanation. नेक्स्ट है जी एक्चुअल टू रिप्रेजेंटेटिव। सब तो पहला एक्चुअल मतलब रियल चीज़ां नूं पहला दिखाओ। फॉर इफेक्टिव टीचिंग, एफिशिएंट टीचिंग कह सकते हो, एक्चुअल ऑब्जेक्ट शुड बी शोन टू द लर्नर एज फार एज पॉसिबल। ਇਹਨੂੰ ਆਪਾਂ ਕੰਕਰੀਟ ਲਰਨਿੰਗ ਦੇ ਵਿੱਚ ਹੀ ਇਨਕਲੂਡ ਕਰਦੇ ਆ, ਕਿਉਂਕਿ ਪਹਿਲਾਂ ਐਕਚੁਅਲ ਆਬਜੈਕਟਸ ਤੁਸੀਂ ਦਿਖਾਓਗੇ, ਦੈਨ ਤੁਸੀਂ ਉਹਨਾਂ ਨੂੰ ਲੈ ਕੇ ਜਾਓਗੇ ਉਹਨਾਂ ਦੀ ਇਮੇਜਿਨੇਸ਼ਨ ਦੇ ਵੱਲ। नेक्स्ट है जी डेफिनाइट टू इनडेफिनाइट। मतलब द लर्नर शुड बी फर्स्ट टॉट डेफिनाइट थिंग्स, देन तुसी इनडेफिनाइट वाल लेके जाना है। पहला डिफाइन चीज़ां लेके दिखानियां ने, उस तो बाद इनडेफिनाइट चीज़ां बारे दसना है। तो दिस इज इन्फॉर्मेशन गाइस कि तुसी साडा WhatsApp दा फ्री ग्रुप ज्वाइन कर सकते हो, जिहदे विच तुहानूं हर प्रकार दी नोटिफिकेशन प्रोवाइड करवाई जाएगी। उहदे लई तुसी की करना है बई, अपना नाम लिखना है, जेंडर, एग्जाम, सिटी किहड़े शहर तो बिलोंग करते हो, इस नंबर ते सेंड करना है, देन यू विल बी एडिट इन आवर फ्री WhatsApp ग्रुप। ठीक है जी, ऐदा दियां शॉर्ट वीडियोस देखने के लिए तुसी फटाफट सब्सक्राइब कर लो बई TechBuzzer नूं। एंड वन मोर थिंग गाइस, शेयरिंग करनी नहीं भूलनी। ठीक है, तो होर कुछ मैगजीन्स तुहानूं पता होण तां कमेंट बॉक्स दे विच जरूर मैंशन करियो। थैंक यू, बाय बाय, टेक केयर, सी यू सून।